ਐਜ਼ ਅ ਫੰਕਸ਼ਨ ਆਫ x। ਠੀਕ ਹੈ, ਇਹਦੇ ਲਈ ਆਪਣੇ ਕੋਲੇ ਫਸਟ ਆਫ ਆਲ ਡੈਫੀਨੇਸ਼ਨ ਹੈਗੀ ਹੈ ਕਿ ਵੇਰੀਏਸ਼ਨ ਫੰਕਸ਼ਨ ਆਪਣੇ ਕੋਲੇ ਕੀ ਹੁੰਦਾ ਹੈ। ਨਾ ਡੈਫੀਨੇਸ਼ਨ ਦੇਖੋ ਵੇਰੀਏਸ਼ਨ ਫੰਕਸ਼ਨ ਦੀ, ਕਹਿੰਦੇ ਲੈਟ f from closed interval ab to r be a function of bounded variation, then a function capital V that is defined from closed interval ab to r is defined by v of x is equal to the total variation of the function f on the interval ax where x lies between a and b। ਠੀਕ ਹੈ, ਹੁਣ ਜਿਹੜਾ x ਪੁਆਇੰਟ ਹੈ ਕਹਿੰਦੇ ਉਹ b ਦੇ ਇਕੁਅਲ ਤਾਂ ਹੋ ਸਕਦਾ ਹੈ ਬਟ a ਦੇ ਨਾਲ ਉੱਤੇ ਸਟ੍ਰਿਕਟ ਇਨਇਕੁਐਲਿਟੀ ਪਾਈ ਹੋਈ ਹੈ, ਸਟ੍ਰਿਕਟਲੀ ਲੈਸ ਦੈਨ ਲਿਖਿਆ ਹੋਇਆ, ਤਾਂ ਮੀਨਸ ਵੇਰੀਏਸ਼ਨ ਆਫ a ਕੈਲਕੂਲੇਟ ਕਰੋਗੇ ਉਹ ਕਿਹਦੇ ਇਕੁਅਲ ਆ ਜਾਏਗੀ 0 ਦੇ, ਕਿਉਂਕਿ ਜਦੋਂ ਤੁਸੀਂ x ਨੂੰ a ਪੁੱਟ ਕਰੋਗੇ ਤੁਹਾਡੇ ਕੋਲ a, a ਦੋਨੋਂ ਪੁਆਇੰਟਸ ਸੇਮ ਹੋ ਜਾਣਗੇ, ਤਾਂ ਉਸ ਕੇਸ 'ਚ ਆਪਣੀ ਵੇਰੀਏਸ਼ਨ ਕਹਿੰਦੇ ਕਿਹਦੇ ਇਕੁਅਲ ਹੋ ਜਾਊਗੀ 0 ਦੇ, ਕਿਉਂਕਿ ਮੇਰੇ ਦੋਨੋਂ ਪੁਆਇੰਟਸ ਹੀ ਸੇਮ ਹੈ, ਫਸਟ ਵੀ ਤੇ ਲਾਸਟ ਵੀ, ਕੋਈ ਇੰਟਰਵਲ ਤਾਂ ਬਣਿਆ ਹੀ ਨਹੀਂ। ਠੀਕ ਹੈ, ਤਾਂ ਵੇਰੀਏਸ਼ਨ ਫੰਕਸ਼ਨ ਨੂੰ ਆਪਾਂ ਇਸ ਤਰੀਕੇ ਨਾਲ ਡਿਫਾਈਨ ਕੀਤਾ। ਕਲੀਅਰ ਹੈ। ਨਾਓ ਨੈਕਸਟ ਆਪਣੇ ਕੋਲ ਥਿਓਰਮ ਹੈ, ਇਹਦੇ ਵਿੱਚ ਫਸਟ 3 ਲਾਈਨ ਦੇ ਵਿੱਚ ਤਾਂ ਉਹਨਾਂ ਨੇ ਵੇਰੀਏਸ਼ਨ ਦੀ ਡੈਫੀਨੇਸ਼ਨ ਹੀ ਦਿੱਤੀ ਹੈ ਜਿਹੜੀ ਤੁਹਾਨੂੰ ਮੈंने ਉੱਪਰ ਦੱਸੀ ਹੋਈ ਹੈ। ਠੀਕ ਹੈ, ਜਸਟ ਇਸ ਆਰਟੀਕਲ 'ਚ ਤੁਸੀਂ ਸ਼ੋ ਕੀ ਕਰਨਾ ਹੈ, ਇੱਕ ਤਾਂ ਜਿਹੜਾ ਵੇਰੀਏਸ਼ਨ ਫੰਕਸ਼ਨ ਹੈ ਕਹਿੰਦੇ ਦੈਟ ਇਜ਼ ਮੋਨੋਟੋਨਿਕਲੀ ਇਨਕਰੀਜ਼ਿੰਗ ਔਨ ਕਲੋਜ਼ਡ ਇੰਟਰਵਲ AB, ਸਿੰਪਲ ਉਹਨੂੰ ਆਪਾਂ ਇਨਕਰੀਜ਼ਿੰਗ ਸ਼ੋ ਕਰਨਾ ਹੈ। ਸੈਕੰਡ ਪਾਰਟ ਕੀ ਹੈ ਕਿ V minus F is monotonically increasing on closed interval AB, ਪਾਰਟਲੀ ਮੋਨੋਟੋਨਿਕਲੀ ਇਨਕਰੀਜ਼ਿੰਗ ਸ਼ੋ ਕਰਨਾ ਹੈ, ਤਾਂ ਆਪਾਂ ਕੀ ਕਰਾਂਗੇ ਇੰਟਰਵਲ ਦੇ ਵਿੱਚੋਂ ਪਹਿਲਾਂ ਕੋਈ ਵੀ 2 ਪੁਆਇੰਟ ਪਿਕ ਕਰ ਲਓ, ਉਹ ਆਪਾਂ ਕੀ ਲੈ ਲਏ ਐਜ਼ ਅ x ਐਂਡ y, ਤੇ ਸਪੋਜ਼ ਕਰ ਲਿਆ ਕਿ x ਕੀ ਹੈ ਲੈਸ ਦੈਨ y ਹੈ। ਦੇਖੋ ਫਸਟ 'ਚ ਲੈਟ ਕੀਤਾ ਹੋਇਆ ਨਾ ਕਿ a ਤੇ b ਦੇ ਵਿੱਚ 2 ਪੁਆਇੰਟ ਹੈ x ਤੇ y ਵੇਅਰ x ਇਜ਼ ਲੈਸ ਦੈਨ y। ਹੁਣ x ਲੈਸ ਦੈਨ y ਹੈ, ਹੁਣ ਆਪਾਂ ਕੀ ਸ਼ੋ ਕਰਨਾ ਕਿ ਵੇਰੀਏਸ਼ਨ ਫੰਕਸ਼ਨ ਇਨਕਰੀਜ਼ਿੰਗ ਹੈ, ਤਾਂ ਜਸਟ ਆਪਾਂ ਕੀ ਸ਼ੋ ਕਰਾਂਗੇ ਕਿ ਜਿਹੜਾ v ਆਫ x ਹੈ ਉਹ ਲੈਸ ਦੈਨ ਇਕੁਅਲ ਟੂ ਕੀ ਹੋਊਗਾ v ਆਫ y, क्योंकि अगर x y तो लेस है तो वेरिएशन फंक्शन ऑफ x भी लेस होना चाहिए वेरिएशन फंक्शन ऑफ y तो। ना ਹੁਣ ਆਪਾਂ ਇੱਥੇ ਐਡਿਟਿਵ ਪ੍ਰੋਪਰਟੀ ਅਪਲਾਈ ਕਰਤੀ ਜਿਹੜੀ ਤੁਸੀਂ ਲਾਸਟ ਲੈਕਚਰ 'ਚ ਕੀਤੀ ਸੀ 9th ਥਿਓਰਮ। ਐਡਿਟਿਵ ਪ੍ਰੋਪਰਟੀ ਹੁਣ ਆਪਾਂ ਕਿਹੜੇ ਇੰਟਰਵਲ ਤੇ ਅਪਲਾਈ ਕੀਤੀ ਹੈ, ਫਸਟ 3 ਪਾਰਟਸ ਤੇ a x ਤੇ y ਤੇ, ਕਿ a y ਦੇ ਵਿੱਚ ਇੱਕ ਪੁਆਇੰਟ ਹੈਗਾ x, ਤਾਂ ਇਹ ਤੇ ਆਪਾਂ ਐਡਿਟਿਵ ਪ੍ਰੋਪਰਟੀ ਅਪਲਾਈ ਕਰਾਂਗੇ, ਤਾਂ ਉਸ ਪ੍ਰੋਪਰਟੀ ਦੇ ਅਕੋਰਡਿੰਗ ਆਪਣਾ ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ a y ਕਿਹਦੇ ਇਕੁਅਲ ਹੋ ਜਾਊਗਾ ਟੋਟਲ ਵੇਰੀਏਸ਼ਨ ਆਫ ਦੀ ਫੰਕਸ਼ਨ ਔਨ ax ਪਲਸ xy। ਕਲੀਅਰ, ਆਪਾਂ ਕੀ ਕਰਨਾ ਹੁਣ ਜਿਹੜਾ ਲੈਫਟ ਸਾਈਡ ਤੇ ਤੁਹਾਡੇ ਕੋਲੇ ਵੇਰੀਏਸ਼ਨ ਪਈ ਹੈ ay ਇੰਟਰਵਲ ਦੀ, ਤਾਂ ਹੁਣ ਵੇਰੀਏਸ਼ਨ ਫੰਕਸ਼ਨ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਇਹਨੂੰ ਮੈਂ v ਆਫ y ਲਿਖ ਸਕਦੀ ਹਾਂ। ਚੈੱਕ ਕਰੋ, ਤੁਸੀਂ v ਆਫ x ਡਿਫਾਈਨ ਕੀਤਾ ਸੀ ax ਇੰਟਰਵਲ ਦੀ ਵੇਰੀਏਸ਼ਨ, ਤਾਂ ਇੱਥੇ ਆਪਣੇ ਕੋਲ ay ਇੰਟਰਵਲ ਹੈ, ਤੈਨੂੰ ਆਪਾਂ v ਆਫ y ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ ਅਕੋਰਡਿੰਗ ਟੂ ਪ੍ਰੀਵੀਅਸ ਡੈਫੀਨੇਸ਼ਨ। ਠੀਕ ਹੈ, ਤੇ ਰਾਈਟ ਸਾਈਡ ਤੇ ਜਿਹੜਾ ਵੇਰੀਏਸ਼ਨ ਪਿਆ ਇਹ x ਇੰਟਰਵਲ ਦਾ, ਉਹਨੂੰ ਆਪਾਂ ਕੀ ਲਿਖ ਸਕਦੇ ਹਾਂ ਵੇਰੀਏਸ਼ਨ ਆਫ x। ਠੀਕ ਹੈ, ਸੇਮ ਡੈਫੀਨੇਸ਼ਨ ਦੇ ਅਕੋਰਡਿੰਗ, ਤੇ ਲਾਸਟ ਵਾਲਾ ਵੇਰੀਏਸ਼ਨ xy ਦਾ ਉਹ ਆਪਾਂ ਐਜ਼ ਇਟ ਇਜ਼ ਹੀ ਰੱਖ ਲਿਆ। ਹੁਣ ਆਪਾਂ ਇੱਥੋਂ ਸੋਲਵ ਕਰਕੇ ਵੈਲਿਊ ਫਾਈਂਡ ਕੀਤੀ ਵੇਰੀਏਸ਼ਨ ਆਫ y ਮਾਈਨਸ ਵੇਰੀਏਸ਼ਨ ਆਫ x ਵਿਚ ਇਜ਼ ਇਕੁਅਲ ਟੂ ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ xy। ਤੇ ਤੁਹਾਨੂੰ ਪਤਾ ਜਿਹੜੀ ਰਾਈਟ ਸਾਈਡ ਤੇ ਹੁਣ ਤੁਹਾਡੀ ਵੇਰੀਏਸ਼ਨ ਬਣ ਗਈ ਇਹ ਹਮੇਸ਼ਾ ਕੀ ਹੁੰਦੀ ਹੈ ਗ੍ਰੇਟਰ ਦੈਨ ਇਕੁਅਲ ਟੂ 0। ਤੁਸੀਂ ਰਿਮਾਰਕਸ ਕੀਤੇ ਸੀ, ਇੱਕ ਦੋ ਕਨਸਟੈਂਟ ਦੇ ਕੇਸ 'ਚ ਵੀ ਕੀਤਾ ਸੀ, ਇਨਕਰੀਜ਼ਿੰਗ ਦੇ ਕੇਸ 'ਚ ਵੀ ਕੀਤਾ ਸੀ, ਤੇ ਇੱਕ ਆਪਾਂ ਫਸਟ ਕੀਤਾ ਸੀ ਕਿ ਵੇਰੀਏਸ਼ਨ ਇਜ਼ ਆਲਵੇਜ਼ ਗ੍ਰੇਟਰ ਦੈਨ ਇਕੁਅਲ ਟੂ 0। ਤੇ ਕੀ ਬਣ ਜਾਏਗਾ ਕਿ v ਆਫ x ਇਜ਼ ਲੈਸ ਦੈਨ ਇਕੁਅਲ ਟੂ v ਆਫ y। ਠੀਕ ਹੈ, ਤਾਂ ਆਪਾਂ x ਲੈਸ ਦੈਨ y ਲੈ ਕੇ ਚੱਲੇ ਸੀ, ਉਹਦੇ ਕੋਰਸਪੋਂਡਿੰਗ v ਆਫ x ਕੀ ਆ ਗਿਆ ਲੈਸ ਦੈਨ ਇਕੁਅਲ ਟੂ v ਆਫ y। ਇਹਦਾ ਮਤਲਬ v ਫੰਕਸ਼ਨ ਆਪਣਾ ਕੀ ਹੋਊਗਾ ਇਨਕਰੀਜ਼ਿੰਗ ਫੰਕਸ਼ਨ। ਵੇ ਦੇ ਨਾਲ ਹੁਣ ਆਪਾਂ ਸੈਕੰਡ ਪ੍ਰੂਵ ਕਰਨਾ ਹੈ ਕਿ ਜਿਹੜਾ v ਮਾਈਨਸ f ਹੈ ਦੈਟ ਇਜ਼ ਆਲਸੋ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ। ਠੀਕ ਹੈ, ਤਾਂ v ਮਾਈਨਸ f ਨੂੰ ਐਜ਼ ਆਪਾਂ d ਦੇ ਇਕੁਅਲ ਰੱਖ ਲਿਆ, ਆਪਾਂ ਲੈਟ ਕਰ ਲਿਆ ਕਿ ਜਿਹੜਾ d ਆਫ x ਫੰਕਸ਼ਨ ਆ ਤੁਸੀਂ ਕੁਝ ਵੀ ਨੋਟੇਸ਼ਨ ਦੇ ਸਕਦੇ ਹੋ। ਠੀਕ ਹੈ, ਤਾਂ ਚਾਹੇ g ਫੰਕਸ਼ਨ ਦੇ ਲਓ ਚਾਹੇ ਕੁਝ ਹੋਰ ਲੈ ਲਓ, ਤਾਂ d ਆਫ x ਨੂੰ ਕਿਹਦੇ ਇਕੁਅਲ ਰੱਖ ਲਿਆ ਆਪਾਂ v ਆਫ x ਮਾਈਨਸ f ਆਫ x ਦੇ। ਹੁਣ ਤੁਸੀਂ d ਫੰਕਸ਼ਨ ਨੂੰ ਸ਼ੋ ਕਰਨਾ ਕਿ ਉਹ ਕੀ ਹੈ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ। ਸੇਮ ਵੇ ਦੇ ਨਾਲ ਹੀ ਕਰਨਾ ਆਪਾਂ, ਕੋਈ AB ਇੰਟਰਵਲ 'ਚ 2 ਪੁਆਇੰਟ ਪਿਕ ਕੀਤੇ x ਤੇ y ਵੇਅਰ x ਇਜ਼ ਲੈਸ ਦੈਨ y, ਤਾਂ ਹੁਣ ਆਪਾਂ ਸੋਲਵ ਕਰਕੇ ਕੀ ਕੈਲਕੂਲੇਟ ਕਰਨਾ d ਆਫ y ਮਾਈਨਸ d ਆਫ x ਬਣਾਵਾਂਗੇ, ਤੇ ਇਹਨੂੰ ਗ੍ਰੇਟਰ ਦੈਨ ਇਕੁਅਲ ਟੂ ਸ਼ੋ ਕਰ ਦੋ ਲੈਸ ਦੈਨ d ਆਫ y। ਹੁਣ d ਆਫ y ਹੈ
थर्ड लाइन ਦੇ ਵਿੱਚ d of y ਦੀ ਵੈਲਿਊ ਕੀ ਹੋ ਜਾਏਗੀ v of y minus f of y minus d of x ਦੀ ਵੈਲਿਊ ਸਬਸਟੀਟਿਊਟ ਕਰ ਦੋ v of x minus f of x ਕਲੀਅਰ ਹੈ। ਇਹ ਤੋਂ ਆਪਾਂ v ਫੰਕਸ਼ਨ ਕੰਬਾਈਨ ਕਰ ਲਏ ਤੇ f ਵਾਲੇ ਫੰਕਸ਼ਨ ਕੰਬਾਈਨ ਕਰ ਲਏ। ਹੁਣ ਜਿਹੜੇ v ਵਾਲੇ ਫੰਕਸ਼ਨ ਹੈ v of y minus v of x ਇਹ ਆਪਣਾ ਕੀ ਦੇ ਇਕੁਅਲ ਹੈ v f of x y ਯੂਜ਼ਿੰਗ ਫਸਟ ਕੰਡੀਸ਼ਨ ਫਸਟ ਪਾਰਟ ਚ ਤੁਸੀਂ ਸ਼ੋ ਕੀਤਾ ਸੀ ਇਸ f of y minus f of x ਐਜ਼ ਇਟ ਇਜ਼ ਹੀ ਪਿਆ ਆਪਣਾ। ਹੁਣ ਦੇਖੋ ਰਾਈਟ ਸਾਈਡ ਤੇ ਆਪਣੇ ਕੋਲੇ ਕੀ ਬਣਿਆ v f of x y ਮਾਈਨਸ ਦੇ ਵਿੱਚ ਤੁਹਾਡੇ ਕੋਲੇ ਆ ਟਰਮ ਹੈ। ਹੁਣ ਕਹਿੰਦੇ ਫਰੋਮ ਦੀ ਡੈਫੀਨੇਸ਼ਨ of vf we have y f of y minus f of x is less than equal to v f of xy ਤੇ ਇਹ ਚੀਜ਼ ਕਿਵੇਂ ਆਇਆ ਹੁਣ ਜਿਹੜਾ v f of xy ਹੈ ਇਹ ਤੁਹਾਨੂੰ ਪਤਾ ਹੈ ਕੀ ਹੁੰਦੀ ਹੈ ਸੁਪਰੀਮਮ ਵੈਲਿਊ ਹੁੰਦੀ ਹੈ ਸਮੀਸ਼ਨ ਦੀ ਠੀਕ ਹੈ v f of xy ਕੀ ਹੁੰਦਾ ਸੁਪਰੀਮਮ ਆਫ ਸਮ ਸਮੀਸ਼ਨ ਜੋ ਵੀ ਤੁਸੀਂ ਪਾਰਟੀਸ਼ਨ ਦੇ ਅਕੋਰਡਿੰਗ ਬਣਾਓਗੇ। ਹੁਣ ਜਿਹੜੀ ਸੁਪਰੀਮਮ ਵੈਲਿਊ ਹੈ ਉਹ ਹਰ ਇੱਕ ਪੇਅਰ ਤੋਂ ਗ੍ਰੇਟਰ ਹੋਊਗੀ ਕਿਉਂਕਿ ਜਿਹੜਾ f of y minus f of x ਹੈ ਇਹ ਵੀ ਤੁਹਾਡਾ ਸਮੀਸ਼ਨ ਦਾ ਹੀ ਕੋਈ ਨਾ ਕੋਈ ਪਾਰਟ ਹੈ ਨਾ ਠੀਕ ਹੈ। ਸੁਪਰੀਮਮ ਵੈਲਿਊ ਹਮੇਸ਼ਾ ਜਿਹੜੇ ਕਿਉਂਕਿ ਤੁਸੀਂ ਅੰਦਰ ਮੋਡ ਬਣਾਉਂਦੇ ਹੋ ਨਾ f of xi minus f of xi minus 1 ਦਾ ਮੋਡ ਜਦੋਂ ਤੁਸੀਂ i ਨੂੰ ਵੈਲਿਊਜ਼ ਪੁੱਟ ਕਰਦੇ ਹੋ ਤੁਹਾਡੇ ਕੋਲੇ ਮੋਡ ਬਣ ਜਾਂਦੇ ਹੁੰਦੇ ਆ ਪਲੱਸ ਦੇ ਵਿੱਚ ਜਾ ਕੇ ਹੁਣ ਉਹਦੇ ਵਿੱਚ ਅਗਰ ਮੈਂ ਇੱਕ ਮੋਡ ਪਿਕ ਕਰ ਲਾਂ ਉਹਦੀ ਜਿਹੜੀ ਵੈਲਿਊ ਹੋਊਗੀ ਉਹ ਲੈਸ ਦੈਨ ਇਕੁਅਲ ਟੂ ਹੋਊਗੀ ਸੁਪਰੀਮਮ ਤੋਂ ਮਾਈਨਸ f of x ਕੀ ਹੋਊਗਾ ਲੈਸ ਦੈਨ ਇਕੁਅਲ ਟੂ ਸੁਪਰੀਮਮ ਵੈਲਿਊ ਤਾਂ ਇਹਦੇ ਅਕੋਰਡਿੰਗ ਜਿਹੜੀ ਤੁਹਾਡੀ ਸੈਕਿੰਡ ਇਕੁਏਸ਼ਨ ਬਣ ਗਈ ਉੱਥੇ ਸਿੰਬਲ ਕੀ ਆ ਜਾਊਗਾ ਗ੍ਰੇਟਰ ਦੈਨ ਇਕੁਅਲ ਟੂ 0 ਦਾ ਬਣ ਜਾਊਗਾ ਕਿਉਂਕਿ ਟੋਟਲ ਵੇਰੀਏਸ਼ਨ ਆਫ xy ਮਾਈਨਸ ਕਰਕੇ ਜਿਹੜਾ f of y minus f of x ਬਣਿਆ ਉਹ ਟਰਮ ਕੀ ਬਣ ਗਈ ਤੁਹਾਡੀ ਗ੍ਰੇਟਰ ਦੈਨ ਇਕੁਅਲ ਟੂ 0 ਬਣ ਗਈ ਠੀਕ ਹੈ। ਤਾਂ ਇੱਥੋਂ ਕੀ ਬਣ ਜਾਊਗਾ ਕਿ d of x is less than equal to d of y therefore we can say d is a monotonically increasing function। ਆਪਣੇ ਕੋਲ ਜਾਰਡਨ ਡੀਕੰਪੋਜੀਸ਼ਨ ਥਿਓਰਮ ਕਈ ਵਾਰੀ ਸਟੇਟ ਐਂਡ ਪ੍ਰੂਫ ਵੀ ਕਹਿ ਦਿੰਦੇ ਆ ਸਟੇਟ ਐਂਡ ਪ੍ਰੂਫ ਜਾਰਡਨ ਡੀਕੰਪੋਜੀਸ਼ਨ ਥਿਓਰਮ ਤਾਂ ਸਟੇਟਮੈਂਟ ਆਪਾਂ ਇਹਦੀ ਯਾਦ ਰੱਖਣੀ ਹੈ। Statement ਕੀ ਹੈ a function f is of bounded variation on the interval a if and only if f is difference of two monotonically increasing real valued function defined on closed interval a means statement ਕੀ ਕਹਿੰਦੀ ਹੈ ਕਿ ਅਗਰ ਤੁਹਾਡਾ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਹੈ ਤਾਂ ਤੁਸੀਂ f ਨੂੰ ਦੋ ਫੰਕਸ਼ਨਸ ਦੇ ਡਿਫਰੈਂਸ ਦੇ ਵਿੱਚ ਲਿਖ ਸਕਦੇ ਹੋ। ਮੰਨ ਲਓ f ਨੂੰ ਮੈਨੇ ਲਿਖ ਲਿਆ g h ਵੇਅਰ ਦੋਨੇ ਦੇ ਦੋਨੇ ਜਿਹੜੇ g ਤੇ h ਫੰਕਸ਼ਨ ਹੈ ਉਹ ਕੀ ਹੋਣਗੇ ਇਨਕਰੀਜ਼ਿੰਗ ਫੰਕਸ਼ਨਸ ਹੋਣਗੇ ਆਪਣੇ ਕੋਲੇ ਤੇ ਪ੍ਰੂਫ ਆਪਣੇ ਕੋਲੇ ਕੀ ਆਪਾਂ ਸਪੋਜ਼ ਕਰ ਲਿਆ ਕਿ ਫੰਕਸ਼ਨ ਕੀ ਹੈ ਬਾਉਂਡਡ ਵੇਰੀਏਸ਼ਨ ਦਾ ਠੀਕ ਹੈ ਤੇ ਆਪਾਂ ਸਪੋਜ਼ ਕਰ ਲਿਆ ਕਿ ਲੈਟ f ਕੀ ਦੇ ਇਕੁਅਲ ਹੈ g h ਟਾਈਪ ਦੀ ਫਾਰਮ ਦਾ ਹੋਊਗਾ ਵੇਅਰ g ਦੀ ਵੈਲਿਊ ਕੀ ਹੈ ਹਾਫ ਆਫ ਕੈਪੀਟਲ v plus f ਐਂਡ h ਕੀ ਹੈ ਹਾਫ ਆਫ ਕੈਪੀਟਲ v minus f ਬਿਕਾਜ਼ ਅਗਰ ਤੁਸੀਂ g ਤੇ f ਨੂੰ h ਨੂੰ ਸਬਟ੍ਰੈਕਟ ਕਰੋਗੇ ਸਬਟ੍ਰੈਕਟ ਕਰਕੇ ਆਪਾਂ ਨੂੰ f ਫੰਕਸ਼ਨ ਹੀ ਮਿਲ ਜਾਏਗਾ। ਅੱਜ ਸਿੰਪਲੀ ਆਪਾਂ ਕੀ ਸ਼ੋ ਕਰਨਾ ਕਿ ਜਿਹੜੇ g ਤੇ h ਹੈ ਇਨਕਰੀਜ਼ਿੰਗ ਫੰਕਸ਼ਨ ਹੈ ਇਨਕਰੀਜ਼ਿੰਗ ਲਈ ਸੇਮ ਇੰਟਰਵਲ ਚ ਕੋਈ ਨਾ ਕੋਈ ਦੋ ਪੁਆਇੰਟ ਪਿਕ ਕਰੋਗੇ ਤਾਂ ਦੇਖੋ ਆਪਾਂ ਦੋ ਪੁਆਇੰਟ ਪਿਕ ਕਰ ਲਏ x1 ਲੈ ਲਿਆ ਇੱਕ x2 ਲੈ ਲਿਆ ਤੇ ਵੇਅਰ x1 is less than x2 ਠੀਕ ਹੈ। ਹੁਣ ਜਸਟ ਆਪਾਂ ਕੀ ਸ਼ੋ ਕਰਨਾ ਹੈ ਕਿ ਜਿਹੜਾ g of x1 ਹੋਊਗਾ ਉਹ ਵੀ g of x2 ਤੋਂ ਕੀ ਹੋਊਗਾ ਲੈਸ ਦੈਨ ਇਕੁਅਲ ਟੂ ਹੋਊਗਾ ਸੇਮ ਹੀ h ਦੇ ਲਈ ਆਪਾਂ ਸ਼ੋ ਕਰਨਾ ਹੈ ਤਾਂ ਉਹਦੇ ਲਈ ਆਪਾਂ ਕੀ ਕੀਤਾ ਆਪਾਂ g of x2 minus g of same way minus h of x1 ਦਾ ਡਿਫਰੈਂਸ ਬਣਾਵਾਂਗੇ। ਇਹ ਡਿਫਰੈਂਸ ਈਜ਼ੀ ਹੋਈ ਹੈ ਉੱਪਰ ਤੁਹਾਨੂੰ ਪਤਾ ਹੀ ਹੈ ਕਿ g ਤੇ h ਫੰਕਸ਼ਨ ਆਪਣੇ ਕੀ ਹੈ ਉਸ ਜਸਟ ਵੈਲਿਊਜ਼ ਫਿਲ ਕਰਨੀ ਹੈ। ਹੁਣ g of x2 ਚੈੱਕ ਕਰੋ g ਫੰਕਸ਼ਨ ਉੱਪਰ ਡਿਫਾਈਨ ਕੀਤਾ ਹੋਇਆ ਹਾਫ ਆਫ v plus f ਇੱਥੇ g of x2 ਦੀ ਕੀ ਵੈਲਿਊ ਆ ਜਾਊਗੀ ਹਾਫ v of x2 plus f of x2 ਠੀਕ ਹੈ। ਫਿਰ g of x1 ਦੀ ਵੈਲਿਊ ਫਿਲ ਕਰ ਦਿਓ ਹਾਫ ਆਫ v of x1 plus f of x1 ਤੇ ਦੋਨਾਂ ਨੂੰ ਸਬਟ੍ਰੈਕਟ ਕਰਨਾ ਹੈ ਤਾਂ ਸਬਟ੍ਰੈਕਟ ਕਰਕੇ ਇਹਨਾਂ ਨੇ v ਫੰਕਸ਼ਨ ਕੰਬਾਈਨ ਕਰ ਲਏ ਤੇ f ਫੰਕਸ਼ਨ ਕੰਬਾਈਨ ਕਰ ਲਏ ਠੀਕ ਹੈ। ਇਹਨਾਂ ਨੇ ਇੱਕ ਸਟੈਪ 'ਚ ਹੀ ਕਰਤਾ ਤੁਸੀਂ ਇੱਕ ਸਟੈਪ ਇਨਕਰੀਜ਼ ਕਰ ਸਕਦੇ ਹੋ ਪਹਿਲਾਂ ਦੋਨਾਂ ਦੀਆਂ ਵੈਲਿਊਜ਼ ਫਿਲ ਕਰਤੀਆਂ ਦੈਨ ਉਹਦੇ ਵਿੱਚ v ਫੰਕਸ਼ਨ ਕੰਬਾਈਨ ਕਰ ਦੋਗੇ ਐਂਡ f ਫੰਕਸ਼ਨ ਕੰਬਾਈਨ ਕਰ ਦੋਗੇ ਸੇਮ ਹੀ ਆਪਾਂ h of x2 minus h of x1 from h ਫੰਕਸ਼ਨ ਤੋਂ ਕੈਲਕੂਲੇਟ ਕਰ ਲਾਂਗੇ ਤਾਂ ਆਪਣੇ ਕੋਲੇ ਫਰਸਟ ਐਂਡ ਸੈਕੰਡ ਕੰਡੀਸ਼ਨ ਆ ਗਈ
ਓਕੇ ਨਾਓ ਨੈਕਸਟ ਆਪਾਂ ਨੂੰ ਗਿਵਨ ਕੀ ਸੀ ਕਿ f ਫੰਕਸ਼ਨ ਹੈ ਬਾਉਂਡਡ ਵੇਰੀਏਸ਼ਨ ਦਾ ਔਨ ਕਲੋਜ਼ਡ ਇੰਟਰਵਲ ab। ਹੁਣ ਤੁਸੀਂ ਰਿਜ਼ਲਟ ਕੀਤਾ ਸੀ ਕਿ ਅਗਰ ਫੰਕਸ਼ਨ ਪੂਰੇ ਇੰਟਰਵਲ ਤੇ ਬਾਉਂਡਡ ਵੇਰੀਏਸ਼ਨ ਦਾ ਦੈਨ ਸਬ ਇੰਟਰਵਲ ਤੇ ਵੀ ਬਾਉਂਡਡ ਵੇਰੀਏਸ਼ਨ ਦਾ ਹੁੰਦਾ ਹੈ। ਤੁਸੀਂ AC ਤੇ CB ਦੇ ਉੱਤੇ ਸ਼ੋ ਕੀਤਾ ਸੀ ਐਡੀਟਿਵ ਪ੍ਰੋਪਰਟੀ ਦੇ ਵਿੱਚ। ਤਾਂ ਹੁਣ x1 ਤੇ x2 ਜਿਹੜੇ ਆਪਾਂ 2 ਪੁਆਇੰਟਸ ਲੈਤੇ ਸੀ ਉਹ ਇਸੇ ਇੰਟਰਵਲ 'ਚ ਹੀ ਪਿਕ ਕੀਤੇ ਸੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਅਗਰ ਫੰਕਸ਼ਨ ਪੂਰੇ ਇੰਟਰਵਲ ਤੇ ਬਾਉਂਡਡ ਵੇਰੀਏਸ਼ਨ ਦਾ ਤਾਂ ਉਹਦਾ ਜਿਹੜਾ ਸਬ ਇੰਟਰਵਲ x1 x2 ਬਣ ਗਿਆ ਉਹ ਤੇ ਵੀ ਫੰਕਸ਼ਨ ਕੀ ਹੋਊਗਾ ਬਾਉਂਡਡ ਵੇਰੀਏਸ਼ਨ ਦਾ। ਠੀਕ ਹੈ ਹੁਣ ਸੇਮ ਇੱਥੇ ਆਪਾਂ ਉਹੀ ਰਿਜ਼ਲਟ ਯੂਜ਼ ਕੀਤਾ ਕਿ ਜਿਹੜੀ x1 x2 ਦੀ ਸੁਪਰੀਮਮ ਵੈਲਿਊ ਹੋਊਗੀ ਦੈਟ ਇਜ਼ ਆਲਵੇਜ਼ ਗ੍ਰੇਟਰ ਦੈਨ ਇਕੁਅਲ ਟੂ f of x2 ਮਾਈਨਸ f of x1 ਦਾ ਮੋਡ। ਕਿਉਂਕਿ ਇਹ ਤਾਂ ਜਸਟ ਇੱਕ ਟਰਮ ਆਈ ਹੈ vf of x1 x2 ਕੀ ਰਿਪਰੈਜ਼ੈਂਟ ਕਰਦੇ ਸੁਪਰੀਮਮ ਵੈਲਿਊ ਤੇ ਸੁਪਰੀਮਮ ਵੈਲਿਊ ਹਰ ਇੱਕ ਟਰਮ ਤੋਂ ਤੁਹਾਨੂੰ ਪਤਾ ਹੈ ਗ੍ਰੇਟਰ ਦੈਨ ਹੁੰਦੀ ਹੈ। ਠੀਕ ਹੈ ਤਾਂ ਉਹੀ ਚੀਜ਼ ਬਣ ਗਈ ਕਿ mod of f of x2 minus f of x1 is less than equal to vf of x1 x2। ਦੇ ਵਿੱਚ ਆਪਾਂ ax1 ਵਾਲੀ ਟਰਮ ਐਡ ਕਰਤੀ ਤੇ ਸਬਟ੍ਰੈਕਟ ਕਰਤੀ। ਟੋਟਲ ਵੇਰੀਏਸ਼ਨ ਆਪਾਂ ਐਡ ਸਬਟ੍ਰੈਕਟ ਕੀਤਾ a, x1 ਇੰਟਰਵਲ ਦੇ ਅਕੋਰਡਿੰਗ। ਤੇ ਚੈੱਕ ਕਰ ਲਓ ਹੁਣ ਜਿਹੜੀਆਂ ਫਸਟ ਦੋਨੋਂ ਟਰਮਸ ਹੈ ਉਹਦੇ ਵਿੱਚ ਫਸਟ ਵੇਰੀਏਸ਼ਨ ਹੈ ax1 ਦੇ ਅਕੋਰਡਿੰਗ ਇੰਟਰਵਲ ਦੇ ਅਕੋਰਡਿੰਗ, ਸੈਕਿੰਡ ਵਾਲਾ ਹੈਗਾ ਫਰੋਮ x1 to x2। ਤਾਂ ਐਡੀਟਿਵ ਪ੍ਰੋਪਰਟੀ ਦੇ ਅਕੋਰਡਿੰਗ ਇਹਨਾਂ ਦੋਨਾਂ ਨੂੰ ਐਡ ਕਰਕੇ ਕੀ ਬਣ ਜਾਊਗਾ ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ a, x2। ਮਾਈਨਸ ਵਾਲਾ ਪਾਰਟ ਆਪਣਾ ਐਜ਼ ਇਟ ਇਜ਼ ਹੀ ਪਿਆ। ਨਾ ਹੁਣ ਜਿਹੜਾ ਫਸਟ ਵਾਲਾ a, x2 ਹੈ ਅਕੋਰਡਿੰਗ ਟੂ ਵੇਰੀਏਸ਼ਨ ਫੰਕਸ਼ਨ ਇਹਦੀ ਵੈਲਿਊ ਕੀ ਹੋ ਜਾਏਗੀ v of x2। ਠੀਕ ਹੈ ਤੇ ਸੈਕਿੰਡ ਵਾਲੇ ਦੀ ਅਕੋਰਡਿੰਗ ਟੂ ਵੇਰੀਏਸ਼ਨ ਫੰਕਸ਼ਨ ਵੈਲਿਊ ਕੀ ਬਣ ਜਾਏਗੀ v of x1। ਮੋਡ ਦੀਆਂ ਤੁਹਾਨੂੰ ਪਤਾ ਹੈ ਜਾਂ ਤਾਂ ਵੈਲਿਊ ਇਹਦੀ ਪੋਜ਼ਿਟਿਵ ਹੋਊਗੀ ਜਾਂ ਵੈਲਿਊ ਨੈਗੇਟਿਵ ਹੋਊਗੀ। ਤੇ ਇੱਥੋਂ ਆਪਾਂ ਦੋ ਇਕੁਏਸ਼ਨਸ ਬਣਾ ਲਈਆਂ ਦੇਖੋ ਐਂਡ ਕਰਕੇ ਲਿਖਿਆ ਹੋਇਆ। ਪਹਿਲਾਂ ਅਗਰ ਪੋਜ਼ਿਟਿਵ ਲਓਗੇ ਤਾਂ f of x2 minus f of x1 ਕੀ ਆ ਜਾਏਗਾ ਲੈਸ ਦੈਨ ਇਕੁਅਲ ਟੂ v of x2 minus v of x1। ਸੇਮ ਹੁਣ ਮੋਡ ਨੈਗੇਟਿਵ ਵੀ ਹੋ ਸਕਦਾ ਐਂਡ ਕਰਕੇ ਦੇਖੋ ਆਪਾਂ ਮੂਰੇ ਨੈਗੇਟਿਵ ਸਾਈਨ ਲਗਾਤਾ ਬਾਕੀ ਸਾਰੀ ਇਕੁਏਸ਼ਨ ਤੁਹਾਡੀ ਐਜ਼ ਇਟ ਇਜ਼ ਹੀ ਪਈ ਹੈ। ਠੀਕ ਹੈ ਤਾਂ ਮੋਡ ਨੂੰ ਬ੍ਰੇਕ ਕਰਕੇ ਆਪਾਂ ਦੋ ਟਰਮਸ ਲਿਖਣੀਆਂ ਇੱਕ ਵਾਰੀ ਪੋਜ਼ਿਟਿਵ ਦੇ ਨਾਲ ਇੱਕ ਵਾਰੀ ਨੈਗੇਟਿਵ ਨਾਲ। ਹੁਣ ਜਿਹੜੀ ਪੋਜ਼ਿਟਿਵ ਵਾਲੀ ਟਰਮ ਸੀ ਉਹ ਸਾਰੀ ਟਰਮ ਨੂੰ ਆਪਾਂ ਗ੍ਰੇਟਰ ਦੈਨ ਇਕੁਅਲ ਟੂ 0 ਚ ਰਿਪਰੈਜ਼ੈਂਟ ਕਰਤਾ। ਜਿਹੜਾ f of x2 minus f of x1 ਸੀ ਉਹਨੂੰ ਰਾਈਟ ਸਾਈਡ ਤੇ ਲੈ ਜਾਓ ਤਾਂ ਆਪਣੇ ਕੋਲੇ ਦੇਖੋ ਲਾਸਟ ਸੈਕਿੰਡ ਸਟੈਪ ਚ ਕੀ ਬਣ ਜਾਏਗਾ v of x2 minus v of x1 ਵਾਲਾ ਫੈਕਟਰ ਮਾਈਨਸ ਕਰਕੇ ਕੀ ਆ ਜਾਊਗਾ f of x2 minus f of x1। ਇਹ ਸਾਰੀ ਟਰਮ ਕੀ ਹੋ ਜਾਏਗੀ ਗ੍ਰੇਟਰ ਦੈਨ ਇਕੁਅਲ ਟੂ 0 ਬਣ ਜਾਏਗੀ। ਨੈਗੇਟਿਵ ਵਾਲਾ ਪਾਰਟ ਹੈ ਨੈਗੇਟਿਵ ਵਾਲਾ ਪਾਰਟ ਉਧਰ ਜਾ ਕੇ ਪੋਜ਼ਿਟਿਵ ਹੋ ਜਾਏਗਾ ਤਾਂ ਉਹਦੇ ਵਿੱਚ ਪਲੱਸ ਸਾਈਨ ਆ ਜਾਏਗਾ ਤੇ ਗ੍ਰੇਟਰ ਦੈਨ ਇਕੁਅਲ ਟੂ 0 ਬਣ ਜਾਏਗਾ। ਨਾਓ ਹੁਣ ਕਹਿੰਦੇ ਜਿਹੜਾ h of x2 minus h of x1 ਗ੍ਰੇਟਰ ਦੈਨ ਇਕੁਅਲ ਟੂ 0 ਬਣ ਗਿਆ ਕਿਉਂ। ਤੁਸੀਂ h of x2 minus h of x1 ਦੀ ਵੈਲਿਊ ਚੈੱਕ ਕਰੋ ਤੁਹਾਡੇ ਕੋਲੇ ਕੀ ਬਣਦੀ ਹੈ। ਦੇਖੋ ਸੈਕਿੰਡ ਇਕੁਏਸ਼ਨ ਸੀ ਨਾ h of x2 minus h of x1 ਬਾਹਰ ਤਾਂ ਹਾਫ ਪਿਆ ਉਹ ਤਾਂ ਕੋਈ ਚੱਕਰ ਨਹੀਂ ਕਾਂਸਟੈਂਟ ਹੀ ਹੈ। ਹੁਣ ਜਿਹੜੀ ਅੰਦਰ ਵਾਲੀ ਟਰਮ ਹੈ ਉਹ ਚੈੱਕ ਕਰੋ ਪੋਜ਼ਿਟਿਵ ਆਈ ਹੈ ਜਾਂ ਨਹੀਂ। ਉਹ ਜਿਹੜੀਆਂ ਹੁਣੀ ਤੁਸੀਂ ਦੋ ਇਕੁਏਸ਼ਨਸ ਬਣਾਈਆਂ ਨੈਗੇਟਿਵ ਵਾਲੀ ਇਕੁਏਸ਼ਨ ਯੂਜ਼ ਹੋ ਜਾਏਗੀ ਉਸ ਫੰਕਸ਼ਨ ਦੇ ਵਿੱਚ h of x2 minus h of x1 ਦੇ ਵਿੱਚ। ਕਿਉਂਕਿ ਅਗਰ ਅੰਦਰ ਵਾਲੀ ਟਰਮ ਪੋਜ਼ਿਟਿਵ ਹੈ ਤਾਂ ਹਾਫ ਨਾਲ ਮਲਟੀਪਲਾਈ ਕਰਕੇ ਵੀ ਆਪਾਂ ਨੂੰ ਪਤਾ ਹੈ ਕਿ ਵੈਲਿਊ ਆਪਣੇ ਕੋਲੇ ਪੋਜ਼ਿਟਿਵ ਹੀ ਬਣੇਗੀ। ਠੀਕ ਹੈ ਤਾਂ ਜਿਹੜੀਆਂ ਦੋ ਇਕੁਏਸ਼ਨਸ ਤੁਸੀਂ ਉੱਪਰੋਂ ਬਣਾਈਆਂ ਉਹ ਸਾਰੀਆਂ ਦੋਨੋਂ ਦੀਆਂ ਦੋਨੋਂ ਇਕੁਏਸ਼ਨਸ ਤੁਹਾਡੀਆਂ ਇੱਥੇ ਯੂਜ਼ ਹੋ ਜਾਣਗੀਆਂ ਫਰਸਟ ਐਂਡ ਸੈਕਿੰਡ ਇਕੁਏਸ਼ਨ ਦੇ ਵਿੱਚ। ਉਹ ਅੰਦਰ ਵਾਲੇ ਹਾਫ ਦੇ ਅੰਦਰ ਜਿਹੜੇ ਪੇਅਰ ਹੋਏ ਆ ਨਾ ਉਹੀ ਬਣ ਜਾਣਗੀਆਂ ਸੇਮ। ਤਾਂ ਉਤੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ g of x2 ਹੈ ਉਹ ਵੀ ਗ੍ਰੇਟਰ ਦੈਨ ਇਕੁਅਲ ਟੂ g of x1 ਹੈ ਤੇ h of x2 ਵੀ ਕੀ ਹੈ ਗ੍ਰੇਟਰ ਦੈਨ ਇਕੁਅਲ ਟੂ h of x1। ਤਾਂ ਆਪਾਂ ਹੀ ਸ਼ੋ ਕਰਨਾ ਸੀ then we can say ਕਿ g and h are monotonically increasing function। ਆਪਣੇ ਕੋਲੇ ਕਨਵਰਸ ਹੈ ਕਨਵਰਸ ਦੇ ਵਿੱਚ ਆਪਾਂ ਲੈ ਕੇ ਚੱਲਾਂਗੇ ਜਿਹੜੀ ਕੰਡੀਸ਼ਨ ਆਪਾਂ ਹੁਣੇ ਪ੍ਰੂਵ ਕੀਤੀ ਹੈ। ਸਪੋਜ਼ ਕਰ ਲਾਂਗੇ f ਕੀ ਦੇ ਇਕੁਅਲ ਹੈ g minus h ਦੀ ਫਾਰਮ ਦਾ where g and h are increasing function। ਤੇ ਆਪਾਂ ਸ਼ੋ ਕੀ ਕਰਨਾ ਹੈ ਕਿ f ਕੀ ਹੈ ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਹੋਊਗਾ। ਠੀਕ ਹੈ ਹੁਣ ਇਹਦੇ ਵਿੱਚ ਜਸਟ ਪ੍ਰੀਵੀਅਸ ਥਿਓਰਮਸ ਜਿਹੜੀਆਂ ਤੁਸੀਂ ਕੀਤੀਆਂ ਉਹਦੇ ਆਰਟੀਕਲਸ ਹੀ ਯੂਜ਼ ਹੋ ਜਾਣਗੇ ਤਾਂ ਤੁਸੀਂ g and h are ਦੀ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ। ਹੁਣ ਅਗਰ g ਤੇ h ਬਾਉਂਡਡ ਵੇਰੀਏਸ਼ਨ ਦੇ ਫੰਕਸ਼ਨ ਹੈ ਤਾਂ ਉਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਵੀ ਬਾਉਂਡਡ ਵੇਰੀਏਸ਼ਨ ਦਾ ਹੋਊਗਾ ਤੇ ਡਿਫਰੈਂਸ ਕੀ ਦੇ ਇਕੁਅਲ f ਦੇ ਇਕੁਅਲ ਹੈ then f ਕੀ ਹੋ ਗਿਆ ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ। ਠੀਕ ਹੈ ਤੇ ਆਹੀ ਆਪਾਂ ਸ਼ੋ ਕਰਨਾ ਸੀ।